हाँ जी, हेलो स्टूडेंट्स। लीनियर अलजेब्रा ਦਾ ਲੈਕਚਰ ਨੰਬਰ 45 ਕਰਨ ਜਾ ਰਹੇ ਹਾਂ। ਅੱਜ ਲੀਨੀਅਰ ਟਰਾਂਸਫੋਰਮੇਸ਼ਨ 1 ਔਨ ਟੂ ਵਾਲੀ ਐਕਸਰਸਾਈਜ਼ ਕਰਦੇ ਪਏ ਹਾਂ, ਅਤੇ ਅੱਜ ਅਸੀਂ ਉਹਦਾ ਨੈਕਸਟ ਐਕਸਰਸਾਈਜ਼ ਇਸ ਤੋਂ ਪਿਛਲੇ ਲੈਕਚਰ 'ਚ ਜਿੰਨੇ ਉਹ ਲੈਕਚਰ ਨਹੀਂ ਦੇਖਿਆ ਡਾਇਰੈਕਟ ਇਸ ਲੈਕਚਰ 'ਤੇ ਪਹੁੰਚੇ ਆ, ਉਹ ਪਹਿਲਾਂ ਲੈਕਚਰ ਨੰਬਰ 44 ਵਾਚ ਕਰਨ। ਉਹਦੇ ਵਿੱਚ 1 ਔਨ ਟੂ ਕਨਸੈਪਟ ਸਮਝਾਇਆ ਗਿਆ, ਉਹ ਪਹਿਲੇ ਦੇਖਣ, ਫਿਰ ਇਸ ਐਕਸਰਸਾਈਜ਼ 'ਤੇ ਪਹੁੰਚੋ। ਸੋ ਸਭ ਤੋਂ ਪਹਿਲਾਂ ਤੁਸੀਂ ਲੈਕਚਰ ਨੰਬਰ 45 ਕਰੋਗੇ। ਪਲੇ ਲਿਸਟ ਮੇਰੀ ਲੀਨੀਅਰ अलजेब्रा ਦੀ ਇੱਕ ਚੈਪਟਰ ਦੀ, ਗਰੁੱਪ ਰਿੰਗ ਫੀਲਡ ਦੀ ਅਲੱਗ ਪਲੇ ਲਿਸਟ, ਉਸ ਤੋਂ ਬਾਅਦ ਵੈਕਟਰ ਸਪੇਸ ਦੀ ਅਲੱਗ ਪਲੇ ਲਿਸਟ, ਉਸ ਤੋਂ ਬਾਅਦ ਬੇਸਿਸ ਐਂਡ ਡਾਇਮੈਂਸ਼ਨ ਦੀ ਅਲੱਗ ਪਲੇ ਲਿਸਟ, ਲੀਨੀਅਰ ਟਰਾਂਸਫੋਰਮੇਸ਼ਨ ਦੀ ਅਲੱਗ ਪਲੇ ਲਿਸਟ, ਅਤੇ ਇੱਕ ਪੂਰੀ ਲੀਨੀਅਰ अलजेब्रा ਦੀ ਅਲੱਗ ਪਲੇ ਲਿਸਟ। ਸੋ ਉਹ ਤੁਸੀਂ ਲੀਨੀਅਰ ਟਰਾਂਸਫੋਰਮੇਸ਼ਨ ਦੀ ਪਲੇ ਲਿਸਟ ਖੋਲ੍ਹ ਕੇ ਲੈਕਚਰ ਨੰਬਰ 44 'ਤੇ ਦੇਖ ਲਿਓ, ਚਾਹੇ ਲੀਨੀਅਰ अलजेब्रा ਦੀ ਪਲੇ ਲਿਸਟ ਖੋਲ੍ਹ ਕੇ ਲੈਕਚਰ ਨੰਬਰ 44 'ਤੇ ਦੇਖਿਓ, ਫਿਰ ਇਸ ਲੈਕਚਰ 'ਤੇ ਤੁਸੀਂ ਪਹੁੰਚਣਾ। ਹੁਣ ਹੈ ਕੀ ਆ, ਇਹ ਫਸਟ ਕੁਐਸਚਨ ਦਾ ਸੈਕੰਡ ਪਾਰਟ ਆ। ਇੱਕ ਟਰਾਂਸਫੋਰਮੇਸ਼ਨ ਗਿਵਨ ਆ r³ ਟੂ r², ਕਿਸ ਤਰੀਕੇ ਡਿਫਾਈਨ ਕੀਤਾ। r³ 'ਚ ਜਿਹੜੇ ਐਲੀਮੈਂਟ ਉਹ ਇਸ ਤਰੀਕੇ ਦੇ ਹੁੰਦੇ x, y, z, r² 'ਚ ਐਲੀਮੈਂਟ ਇਸ ਟਾਈਪ ਦੇ ਹੁੰਦੇ ਆ t, x, y, z ਨੂੰ ਡਿਫਾਈਨ ਕੀਤਾ, ਉਹਦੀ ਟਰਾਂਸਫੋਰਮੇਸ਼ਨ ਆ x, y। ਓਕੇ, ਸ਼ੋ ਇਹ ਕਰਨਾ ਕਿ ਇਹ ਜਿਹੜੀ ਟਰਾਂਸਫੋਰਮੇਸ਼ਨ ਆ ਇਹ ਔਨ ਟੂ ਹੋਏਗੀ ਅਤੇ 1 ਨਹੀਂ ਹੋਏਗੀ। ਅਤੇ ਸਭ ਤੋਂ ਪਹਿਲਾਂ ਅਸੀਂ 1 ਚੈੱਕ ਕਰਾਂਗੇ, ਫਿਰ ਅਸੀਂ ਔਨ ਟੂ ਚੈੱਕ ਕਰਾਂਗੇ। ਟੂ ਸ਼ੋ ਜਾਂ ਟੂ ਚੈੱਕ 1 to 1 ਟਰਾਂਸਫੋਰਮੇਸ਼ਨ ਅਸੀਂ ਚੈੱਕ ਕਰਾਂਗੇ। ਕੀ ਸੀ ਡੈਫੀਨੇਸ਼ਨ, ਮੈਂ ਇੱਕ ਵਾਰੀ ਰਿਪੀਟ ਕਰਦਾ। ਸਪੋਜ਼ ਕਰੋ ਫਰੋਮ V to W ਕੋਈ ਟਰਾਂਸਫੋਰਮੇਸ਼ਨ ਆ, ਜੇ ਇਹਦੇ ਹਰ ਇੱਕ ਐਲੀਮੈਂਟ ਦੀ, ਇਹਦੇ ਹਰ ਇੱਕ ਡਿਸਟਿੰਕਟ ਐਲੀਮੈਂਟ ਦੀ ਡਿਸਟਿੰਕਟ ਇਮੇਜ ਮਿਲ ਜਾਵੇ, ਉਹਨੂੰ ਅਸੀਂ ਕਹਿੰਦੇ ਆ 1 ਔਨ ਟੂ ਦੀ ਡੈਫੀਨੇਸ਼ਨ ਕੀ ਆ, W ਦੇ ਹਰ ਇੱਕ W ਦੇ ਹਰ ਇੱਕ ਐਲੀਮੈਂਟ ਦੀ ਜੇ ਤਾਂ ਸਾਨੂੰ ਪ੍ਰੀ ਇਮੇਜ ਮਿਲ ਜਾਂਦੀ ਆ ਤਾਂ ਉਹਨੂੰ ਅਸੀਂ ਕਹਿੰਦੇ ਆ ਔਨ ਟੂ। 1 ਦੀ ਡੈਫੀਨੇਸ਼ਨ ਕਿਸ ਤਰੀਕੇ ਲਿਖੀ ਸੀ ਅਸੀਂ, ਫਾਰ ਆਲ x, y ਬਿਲੋਂਗਸ ਟੂ V। ਇੱਕ ਤਾਂ ਡੈਫੀਨੇਸ਼ਨ ਇਹ ਹੈ ਕਿ ਜੇ x ਨੋਟ ਇਕੁਅਲ ਟੂ y ਲੈਂਦੇ ਆ ਤਾਂ ਇੰਪਲਾਈ ਇਹ ਹੋ ਜਾਵੇ ਕਿ T ਆਫ x ਨੋਟ ਇਜ਼ ਇਕੁਅਲ ਟੂ TY, ਕਿ ਜੇ ਦੋ ਐਲੀਮੈਂਟ ਡਿਸਟਿੰਕਟ ਆ ਤਾਂ ਉਹਨਾਂ ਦੀ ਇਮੇਜ ਵੀ ਡਿਸਟਿੰਕਟ ਹੋਵੇ। ਜਾਂ ਅਸੀਂ ਡੈਫੀਨੇਸ਼ਨ ਇਸ ਤਰੀਕੇ ਕਹਿ ਦਿੰਦੇ ਹਾਂ ਕਿ ਜੇ ਇਮੇਜ ਬਰਾਬਰ ਆ ਤਾਂ ਉਹ ਤਾਂ ਹੀ ਪੋਸੀਬਲ ਆ ਕਿ ਜੇ x ਇਜ਼ ਇਕੁਅਲ ਟੂ y ਹੋਵੇ। ਇਹ ਸੀ ਡੈਫੀਨੇਸ਼ਨ 1 ਦੀ। ਔਨ ਟੂ ਦੀ ਡੈਫੀਨੇਸ਼ਨ ਕੀ ਸੀ, ਔਨ ਟੂ ਦੀ ਡੈਫੀਨੇਸ਼ਨ ਇਹ ਸੀ ਕਿ ਫਾਰ ਆਲ W ਬਿਲੋਂਗਸ ਟੂ ਕੈਪੀਟਲ W, ਕੋਈ ਐਲੀਮੈਂਟ ਚੂਜ਼ ਕਰੋ, ਉਹਦੇ ਕੋਰਸਪੋਂਡਿੰਗ V 'ਚੋਂ ਕੋਈ ਐਲੀਮੈਂਟ ਮਿਲ ਜਾਵੇ, ਦੇਰ ਐਗਜ਼ਿਸਟ x ਔਰ V ਬਿਲੋਂਗਸ ਟੂ ਕੈਪੀਟਲ V ਸੱਚ ਦੈਟ ਜੇ ਮੈਂ ਟਰਾਂਸਫੋਰਮੇਸ਼ਨ ਲੈ ਕੇ ਦੇਖਾਂ ਤਾਂ ਬਿਲਕੁਲ ਉਹੀ W ਆ ਜਾਵੇ। ਇਹਦਾ ਮੀਨਿੰਗ ਇਹ ਹੋਇਆ ਕਿ ਇਹਦਾ ਹਰ ਇੱਕ ਐਲੀਮੈਂਟ ਦੀ ਪ੍ਰੀ ਇਮੇਜ ਹੋਣੀ ਚਾਹੀਦੀ ਹੈ, ਜਿਸ ਤਰੀਕੇ ਸਾਨੂੰ ਉਸ W ਦੀ ਪ੍ਰੀ ਇਮੇਜ TV ਮਿਲ ਗਈ। ਸੋ ਇਹਨੂੰ ਅਸੀਂ ਕਹਿੰਦੇ ਹਾਂ ਔਨ ਟੂ। ਅਤੇ ਕੁਐਸਚਨ ਸੋਲਵ ਕਰਦੇ ਹਾਂ। ਸ਼ੋ ਇਹ ਕਰਨਾ ਕਿ ਜਿਹੜੀ ਟਰਾਂਸਫੋਰਮੇਸ਼ਨ ਆ ਇਜ਼ ਨੋਟ 1 ਅਤੇ ਬੜੇ ਧਿਆਨ ਨਾਲ ਸਮਝਿਓ ਕਿਉਂ ਨਹੀਂ 1। ਲੈਟ ਮੈਂ ਕੋਈ ਦੋ ਐਲੀਮੈਂਟ ਉਠਾਉਣਾ ਇਸ r³ ਤੋਂ, ਇੱਕ ਲੈ ਲਓ, ਕੋਈ ਲੈ ਸਕਦੇ ਆ। ਮੰਨ ਲਓ ਤੁਸੀਂ ਇੱਕ ਐਲੀਮੈਂਟ ਲੈ ਲਿਆ 1, ਇੱਕ ਲੈ ਲਿਆ 2, ਇੱਕ ਲੈ ਲਿਆ ਤੁਸੀਂ ਸਪੋਜ਼ ਕਰੋ 5। ਇੱਕ ਐਲੀਮੈਂਟ ਤੁਸੀਂ ਲੈ ਲਓ 1, 2 ਐਂਡ ਇੱਕ ਲੈ ਲਓ 6। ਕਿੱਥੋਂ ਐਲੀਮੈਂਟ ਲਏ ਅਸੀਂ r³ ਤੋਂ। ਇਸ r³ ਚੋਂ ਕੋਈ ਦੋ ਐਲੀਮੈਂਟ ਚੂਜ਼ ਕੀਤੇ। ਇਹਨਾਂ ਦੀ ਹੁਣ ਟਰਾਂਸਫੋਰਮੇਸ਼ਨ ਫਾਈਂਡ ਕਰਕੇ ਦੇਖੋ। 1 2 5 ਦੀ ਟਰਾਂਸਫੋਰਮੇਸ਼ਨ ਕੀ ਆਣੀ 1 2। ਜੇ ਤੁਸੀਂ ਟਰਾਂਸਫੋਰਮੇਸ਼ਨ ਦੇਖਦੇ ਆ 1 2 ਅਤੇ 6, ਉਹਦੀ ਕੀ ਆਣੀ ਆ, ਉਹ ਵੀ 1 2, ਕਿਉਂਕਿ T x y z ਦੀ ਟਰਾਂਸਫੋਰਮੇਸ਼ਨ ਕੀ ਹੈ x y। ਫਸਟ ਜਿਹੜੇ ਦੋ ਕੰਪੋਨੈਂਟ ਆ ਉਹ ਐਜ਼ ਇਟ ਇਜ਼ ਆ ਜਾਂਦੇ ਆ, ਜਿਹੜਾ z ਆ ਉਹ ਨਹੀਂ ਆਉਂਦਾ। ਸੋ ਮੈਂ ਐਗਜ਼ਾਮਪਲ ਇਸ ਤਰੀਕੇ ਨਾਲ ਚੂਜ਼ ਕੀਤੀ ਕਿ 1 2 1 2 ਦੋਨਾਂ ਸਾਈਡਾਂ 'ਤੇ ਲੈ ਲਿਆ, ਕਿਉਂਕਿ x y ਆ ਰਿਹਾ, ਇਸ ਕਰਕੇ 1 2 1 2। ਜਿਹੜੇ ਦੋ ਐਲੀਮੈਂਟ ਚੂਜ਼ ਕੀਤੇ ਉਹਨਾਂ ਦੇ ਦੋ ਕੰਪੋਨੈਂਟ ਜਿਹੜੇ ਆ ਨਾ ਉਹ ਅਸੀਂ ਸੇਮ ਲੈ ਲਏ। ਓਕੇ, ਉਹਦੇ ਨਾਲ ਹੋਣਾ ਕੀ ਕਿ ਜਦੋਂ ਅਸੀਂ ਟਰਾਂਸਫੋਰਮੇਸ਼ਨ ਲੈਣੀ ਆ ਪਹਿਲੇ ਦੋ ਕੰਪੋਨੈਂਟ ਹੀ ਆਉਂਦੇ ਆ, ਇੱਥੇ 1 2 ਆ ਜਾਏਗਾ ਅਤੇ ਇੱਧਰ ਵੀ 1 2 ਆ ਜਾਏਗਾ। ਅਤੇ ਹੋਇਆ ਇਹ ਕਿ ਟਰਾਂਸਫੋਰਮੇਸ਼ਨ ਤਾਂ ਆ ਗਈ ਸੇਮ 1 2
ਤੇ 5 ਦੀ ਟਰਾਂਸਫੋਰਮੇਸ਼ਨ ਤਾਂ ਆ ਗਈ ਸੇਮ, ਬਟ ਐਲੀਮੈਂਟ ਤਾਂ ਡਿਸਟਿੰਕਟ ਆ। ਤਾਂ ਅਸੀਂ ਡੈਫੀਨੇਸ਼ਨ 'ਚ ਇਹ ਪੜ੍ਹਿਆ ਕਿ ਜੇ ਐਲੀਮੈਂਟ ਡਿਸਟਿੰਕਟ ਸੀ, ਇੱਥੇ 6, ਇੱਕ 'ਚ ਅਸੀਂ 5 ਲਿਆ, ਇੱਕ 'ਚ 6 ਲਿਆ। ਸੋ ਟਰਾਂਸਫੋਰਮੇਸ਼ਨ ਤਾਂ ਆ ਗਈ ਸੇਮ, ਬਟ ਐਲੀਮੈਂਟ ਤਾਂ ਡਿਸਟਿੰਕਟ ਆ। ਜੇ ਐਲੀਮੈਂਟ ਡਿਸਟਿੰਕਟ ਸੀ ਤਾਂ ਇਮੇਜ ਵੀ ਡਿਸਟਿੰਕਟ ਆਉਣੀ ਚਾਹੀਦੀ ਸੀ, ਬਟ ਉਹ ਤਾਂ ਆ ਗਈ ਸੇਮ। ਸੋ ਟੀ ਇਜ਼ ਨੋਟ 1 1, ਇਸ ਕਰਕੇ ਉਹ 1 1 ਨਹੀਂ। ਕੋਈ ਵੀ ਐਗਜ਼ਾਮਪਲ ਲੈ ਸਕਦੇ ਆ ਤੁਸੀਂ, ਐਲੀਮੈਂਟ ਕੁਛ ਵੀ ਲੈ ਸਕਦੇ ਆ। ਮੰਨ ਲਓ 5 6 ਇੱਕ 7 ਲੈ ਲਓ, ਉਹਦੀ ਟਰਾਂਸਫੋਰਮੇਸ਼ਨ ਲਓਗੇ ਤਾਂ 5 6 ਆਏਗੀ। ਮੰਨ ਲਓ ਤੁਸੀਂ ਫਿਰ ਜੇ ਇੱਥੇ 5 6 ਲਏ ਤਾਂ 5 6 ਹੀ ਲਓਗੇ। ਇੱਥੇ ਜੋ ਮਰਜ਼ੀ ਲੈ ਲਓ, ਚਾਹੇ 9 ਲੈ ਲਓ, 8 ਲੈ ਲਓ, ਉੱਥੇ ਤੁਸੀਂ ਅਲੱਗ ਲੈਣਾ, ਉਹਦਾ ਆਨਸਰ ਵੀ 5 6 ਆਏਗਾ। ਦੇਖੋ ਟਰਾਂਸਫੋਰਮੇਸ਼ਨ ਤਾਂ ਆ ਗਈ ਸੇਮ, ਬਟ ਜਿਹੜੇ ਐਲੀਮੈਂਟ ਉਹ ਡਿਸਟਿੰਕਟ ਆ। ਕੋਈ ਵੀ ਐਗਜ਼ਾਮਪਲ ਬਣਾ ਸਕਦੇ ਆ। ਇਹੀ ਨਹੀਂ ਕਿ ਸਰ ਨੇ ਜੇ ਇਹ ਲਏ ਆ ਤਾਂ ਇਹਨਾਂ ਨੂੰ ਕ੍ਰੈਮ ਕਰ ਲਓ, ਇਸ ਤਰੀਕੇ ਨਹੀਂ ਕਰਨਾ। ਪਹਿਲੇ ਦੋ ਕੰਪੋਨੈਂਟ ਸੇਮ ਰੱਖਣੇ ਆ, ਜਿੱਦਾਂ ਮੈਂ 1 2 1 2 ਰੱਖੇ, ਜਾਂ 5 6 ਤੇ 5 6 ਰੱਖੇ। ਜਿਹੜਾ ਲਾਸਟ ਵਾਲਾ Z ਕੰਪੋਨੈਂਟ ਆ ਉਹ ਤੁਸੀਂ ਡਿਸਟਿੰਕਟ ਵੱਖਰਾ ਜਿਹੜਾ ਉਹ ਲੈ ਲੈਣਾ। ਓਕੇ, ਇਹ ਸੋ ਹੋ ਗਿਆ ਟੀ ਇਜ਼ ਨੋਟ 1 1। ਜਦੋਂ ਇਹ ਸ਼ੋਅ ਕਰਨਾ ਹੋਵੇ ਕਿ ਨੋਟ 1 1, ਉਹ ਅਸੀਂ ਐਗਜ਼ਾਮਪਲ ਦੇ ਨਾਲ ਸ਼ੋਅ ਕਰ ਸਕਦੇ ਹਾਂ। ਹੁਣ ਅਸੀਂ ਔਨ ਟੂ ਸ਼ੋਅ ਕਰਾਂਗੇ। ਚੈੱਕ ਕਰਦੇ ਹਾਂ ਕਿ ਇਹ ਔਨ ਟੂ ਹੈ। ਸ਼ੋਅ ਕਰਨ ਨੂੰ ਕਿਹਾ ਗਿਆ ਕਿ ਔਨ ਟੂ ਹੋਏਗਾ। ਲੈਟ ਅਸ ਟਰਾਈ ਟੂ ਸ਼ੋ ਟੀ ਇਜ਼ ਔਨ ਟੂ। ਕੀ ਕਰੀਦਾ ਉਹਦੇ 'ਚ, ਆਰ ਸਕੇਅਰ 'ਚੋਂ ਐਲੀਮੈਂਟ ਉਠਾਉਣਾ। ਕੋਈ ਇੱਕ ਐਲੀਮੈਂਟ ਲੈ ਲਓ, ਲੈਟ ਏ ਬੀ ਬਿਲੋਂਗਸ ਟੂ ਆਰ ਸਕੇਅਰ। ਓਕੇ, ਇਹਦੇ 'ਚੋਂ ਇਹਦਾ ਹਰ ਇੱਕ ਐਲੀਮੈਂਟ ਜਿਹੜਾ ਹੋਏਗਾ ਨਾ, ਫਾਰ ਆਲ ਏ ਬੀ, ਉਸ ਆਰ ਸਕੇਅਰ ਦਾ ਹਰ ਇੱਕ ਐਲੀਮੈਂਟ ਦੀ ਇੱਧਰ ਪ੍ਰੀ ਇਮੇਜ ਹੋਣੀ ਚਾਹੀਦੀ ਆ। ਅਤੇ ਕੋਸ਼ਿਸ਼ ਕਰੀਏ ਕਿ ਆਪਾਂ ਨੂੰ ਉਹ ਪ੍ਰੀ ਇਮੇਜ ਮਿਲਦੀ ਆ ਜਾਂ ਨਹੀਂ ਮਿਲਦੀ। ਮੈਂ ਸਪੋਜ਼ ਕਰ ਲੈਂਦਾ ਕਿ ਕੋਈ ਐਕਸ ਵਾਈ ਜ਼ੈਡ ਮੈਨੂੰ ਮਿਲ ਗਿਆ ਇੱਧਰੋਂ ਆਰ ਕਿਊਬ 'ਚੋਂ। ਉਹਦੀ ਮੈਪਿੰਗ ਲੈ ਕੇ ਦੇਖੋ, ਉਹਦੀ ਮੈਪਿੰਗ ਲੈ ਕੇ ਦੇਖੀਏ ਤਾਂ ਆਨਸਰ ਕੀ ਆਉਣਾ ਚਾਹੀਦਾ ਹੁੰਦਾ, ਏ ਬੀ। ਇਹ ਡੈਫੀਨੇਸ਼ਨ ਹੈ। ਆਰ ਸਕੇਅਰ 'ਚੋਂ ਕੋਈ ਐਲੀਮੈਂਟ ਉਠਾਇਆ, ਇਹਦੇ 'ਚੋਂ ਤੁਸੀਂ ਆਪ ਸਰਚ ਕਰਨਾ ਸੋ ਦੈਟ ਉਹਦੀ ਟਰਾਂਸਫੋਰਮੇਸ਼ਨ ਲੈਣ 'ਤੇ ਉਨਾ ਹੀ ਆਨਸਰ ਆਵੇ। ਫਿਰ ਇਹ ਟਰਾਂਸਫੋਰਮੇਸ਼ਨ ਪੁੱਟ ਕਰ ਦਿਓ, ਉਹ ਹੈ ਕਿਹਦੇ ਇਕੁਅਲ, ਐਕਸ ਵਾਈ ਦੇ। ਉਹ ਟਰਾਂਸਫੋਰਮੇਸ਼ਨ ਕਿਹਦੇ ਇਕੁਅਲ ਆ, ਐਕਸ ਵਾਈ ਦੇ, ਫਰੋਮ ਦਿਸ ਸਟੈਪ ਏ ਬੀ। ਇਕੁਏਟਿੰਗ ਕੰਪੋਨੈਂਟਸ 'ਤੇ ਕੀ ਆ ਜਾਏਗਾ, ਐਕਸ ਇਜ਼ ਇਕੁਅਲ ਟੂ ਏ ਆ ਜਾਏਗਾ ਅਤੇ ਵਾਈ ਇਜ਼ ਇਕੁਅਲ ਟੂ ਆ ਜਾਏਗਾ ਬੀ। ਸੋ ਅਸੀਂ ਇਹ ਕਿਹਾ ਸੀ ਕਿ ਦੇਅਰ ਐਗਜ਼ਿਸਟ, ਇਹ ਅਸੀਂ ਕੰਪੋਨੈਂਟ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਵਾਲੀ। ਸੋ ਉਹ ਕੰਪੋਨੈਂਟ ਕੀ ਮਿਲ ਗਿਆ, ਉਹ ਮਿਲ ਗਿਆ ਏ। ਸੋ ਫਾਰ ਆਲ ਏ ਬੀ ਬਿਲੋਂਗਸ ਟੂ ਦਿਸ ਆਰ ਸਕੁਏਅਰ ਦੇਅਰ ਐਗਜ਼ਿਸਟ, ਐਕਸ ਵਾਈ ਲਿਖਿਆ ਸੀ ਨਾ, ਐਕਸ ਏ ਆ, ਵਾਈ ਬੀ ਆ, ਜ਼ੈਡ ਐਜ਼ ਇਟ ਇਜ਼ ਰਹੇਗਾ, ਬਿਲੋਂਗਸ ਟੂ ਆਰ ਕਿਊਬ, ਸੱਚ ਦੈਟ ਜੇ ਤੁਸੀਂ ਇਹਦੀ ਟਰਾਂਸਫੋਰਮੇਸ਼ਨ ਲਓਗੇ ਇਸ ਏ ਬੀ ਜ਼ੈਡ ਦੀ, ਤਾਂ ਕੀ ਆਏਗੀ, ਏ ਬੀ ਹੀ ਆਏਗੀ ਪਹਿਲੇ ਦੋ ਕੰਪੋਨੈਂਟ, ਕਿਉਂਕਿ ਟਰਾਂਸਫੋਰਮੇਸ਼ਨ ਗਿਵਨ ਆ। ਸੋ ਉਸ ਏ ਬੀ ਐਲੀਮੈਂਟ ਦੇ ਕੋਰਸਪੋਂਡਿੰਗ ਸਾਨੂੰ ਪ੍ਰੀ ਇਮੇਜ ਮਿਲ ਜਾਂਦੀ ਆ। ਠੀਕ ਹੈ ਜੀ। ਸੋ ਇਸ ਕਰਕੇ ਟੀ ਕੀ ਹੋ ਗਿਆ, ਔਨ ਟੂ, ਟੀ ਇਜ਼ ਔਨ ਟੂ। ਏ ਬੀ ਬਿਲੋਂਗਸ ਟੂ ਆਰ ਸਕੇਅਰ। ਜੇ ਆਰ ਸਕੇਅਰ 'ਚੋਂ ਮੈਂ ਏ ਬੀ ਐਲੀਮੈਂਟ ਲੈਣਾ ਤਾਂ ਮੈਨੂੰ ਆਰ ਕਿਊਬ 'ਚੋਂ ਕੀ ਮਿਲ ਜਾਂਦਾ, ਏ ਬੀ ਜ਼ੈਡ ਮਿਲ ਜਾਂਦਾ, ਜਿਹਦੀ ਅਸੀਂ ਟਰਾਂਸਫੋਰਮੇਸ਼ਨ ਲੈਂਦੇ ਹਾਂ ਤਾਂ ਆਨਸਰ ਏ ਬੀ ਆ ਜਾਂਦਾ। ਸੋ ਇਸ ਕਰਕੇ ਟੀ ਔਨ ਟੂ ਆ। ਜੇ ਮੈਂ ਐਲੀਮੈਂਟ ਕੋਈ ਹੋਰ ਚੂਜ਼ ਕਰ ਲੈਂਦਾ, ਸਪੋਜ਼ ਕਰੋ ਜੇ ਮੈਂ 3 4 9 ਚੂਜ਼ ਕਰ ਲਿਆ, 3 4 ਆਰ ਸਕੇਅਰ 'ਚ ਚੂਜ਼ ਕਰ ਲਿਆ, ਅਤੇ ਹੁਣ ਤੁਸੀਂ ਦੱਸੋਗੇ ਕਿ ਆਰ ਕਿਊਬ 'ਚੋਂ ਕਿਹੜਾ ਐਲੀਮੈਂਟ ਉਠਾਵਾਂ। ਤੁਸੀਂ ਕਹੋਗੇ ਸਰ ਇੱਕ ਉਠਾ ਲਓ 3 4 ਅਤੇ ਦੂਜੇ ਨੰਬਰ 'ਤੇ ਜੋ ਮਰਜ਼ੀ ਲਿਖ ਲਓ ਜ਼ੈਡ, ਤਾਂ ਜੋ ਤੁਸੀਂ 3 4 ਜ਼ੈਡ ਦੀ ਟਰਾਂਸਫੋਰਮੇਸ਼ਨ ਲਓਗੇ ਤਾਂ ਆਨਸਰ ਕੀ ਆ ਜਾਏਗਾ, 3 4 ਹੀ ਆ ਜਾਣਾ। ਸੋ ਉਹ ਐਲੀਮੈਂਟ ਸਾਨੂੰ ਉਹਦੇ ਹਰ ਇੱਕ ਐਲੀਮੈਂਟ ਦੀ ਪ੍ਰੀ ਇਮੇਜ ਮਿਲਦੀ ਪਈ ਹੈ। ਕੋਈ ਵੀ ਲੈ ਲਓ ਤੁਸੀਂ,
इस टाइप का, इस करके टी इज़ ऑन टू। हुण असीं करांगे नैक्सट क्वेश्चन। हाँ जी, नैक्सट क्वेश्चन नंबर फस्ट का थर्ड पार्ट। बाकी सारी स्टेटमेंट सेम। टी एक्स वाई जेड की मैपिंग लैन तो आंसर आता एक्स माइनस वाई कोमा वाई। शो करना टी ऑन टू बट नॉट 1 1। ਇਹਦਾ भी सलूशन देखो, ਇਹਦਾ भी सलूशन देखो। देखो साढ़े को मैपिंग की है आर क्यूब टू आर स्क्वायर। चलो वो आप उपर लिखी हुई है, तुम एग्जाम च लिखोगे, ये भी लिखोगे तो ये स्टैप भी लिखोगे। हुण जे 1 1 चैक करिए, 2 चैक 1 1, 2 चैक 1 to 1 ट्रांसफॉर्मेशन की करोगे। कोई दो एलीमेंट असीं एग्जाम्पल के नाल करांगे। एक ले लो एलीमेंट ले लो 1 2 ते 3, ओके। एक एलीमेंट ले लो, ये वाई भी सेम लैके आना, वाई तो बिल्कुल सेम ही चाहिए, तो फिर सानू एक्स भी सेम ही रखना पैना। सो 1 2 तो 4 ले लो, बिलोंग्स टू आर क्यूब। मैं आर क्यूब चो जो 1 1 शो करना, असी आर क्यूब चो कोई दो एलीमेंट चूज़ करांगे। इन्हां दी हुण असी ट्रांसफॉर्मेशन लैके देखते हैं। हुण जे इहदी ट्रांसफॉर्मेशन लओगे किस तरीके लैनी, एक्स वाई, एक्स माइनस वाई, एक्स वाई का डिफरेंस हो जाना, मतलब 1 - 2 हो जाना, कितना हुंदा -1। सो फस्ट कंपोनेंट की आ जाएगा, चलो मैं लिख देना 1 - 2 कोमा 2, इस तरीके आएगा। दैट इज़ की आ गई मैपिंग -1 ते 2 आ गई, ओके। हुण जे मैं अगेन 1 2 4 की ट्रांसफॉर्मेशन लवां, 4 का तो कुछ रोल ही नहीं विच, तो क्या आ जाएगी 1 - 2 ते 2 वाई एज इट इज़, तो फस्ट पोजिशन ते एक्स माइनस वाई सेम ही आ गई -1 एंड 2। सो 1 ट्रांसफॉर्मेशन ऑफ 1 2 3 इज इक्वल टू ट्रांसफॉर्मेशन ऑफ 1 2 4, बट 1 2 3 नॉट इज इक्वल टू 1 2 4, not is equal to 1 2 4. So two distinct element have same transformation, which is not possible. So T is not 1 1, T is not 1 to 1 ट्रांसफॉर्मेशन। कि दो डिस्टिंक्ट एलीमेंट की जी ना ट्रांसफॉर्मेशन सेम आ रही है। देखो मान लो एक इत्थे सी एलीमेंट मेरे कोल 1 2 ते 3, एक सी मेरे कोल एलीमेंट 1 2 4। मैं दो एलीमेंट इस आर क्यूब चों उठाए, इधर मेरे कोल की सी आर स्क्वेयर, आर स्क्वेयर च मेरे कोल आ -1 ते 2 हो की रहा। देखो है तो होर बहुत कुछ है, इतने 1 2 भी होएगा, 3 4 भी होएगा, बहुत सारे 2 डिमेंशन होणगे वैक्टर्स। ਇਹਦੀ ट्रांसफॉर्मेशन भी यही आ गई, तो यदी भी यही आ गई, सेम आ गई। ये 1 1 नहीं होंदा। 1 1 च की होंदा, जे दो डिस्टिंक्ट एलीमेंट आ तो उन्हों की ट्रांसफॉर्मेशन भी डिस्टिंक्ट होवे, एक नूं एक ही मैच करता होवे, 1 1 एक नूं एक ही मैच करता होवे। बट इत्थे की होया, दो डिस्टिंक्ट एलीमेंट सी, उन्हों की ट्रांसफॉर्मेशन सेम ही आ गई, आंसर सेम ही आ गया, इस करके नॉट 1 1। ऑन टू चैक करिए, ऑन टू चैक करिए नाउ, टू चैक T इज़ ऑन टू की सी डेफिनेशन। ਉਹਦੇ 'ਚ ਕੀ ਕਰਨਾ ਹੁੰਦਾ कि ਅਸੀਂ आर स्क्वेयर चों एलीमेंट उठाना। लेट ए बी बिलोंग्स टू आर स्क्वेयर सच दैट। देखो 1 1 ऑन टू का कॉन्सैप्ट पेपर च आवे चाहे ना आवे, असी इस पॉइंट ऑफ व्यू ना नहीं पढ़ना। ये कॉन्सैप्ट बहुत इंपॉर्टेंट आ, चाहे तुसी अगे किसी भी फील्ड जाओ। सो इनू चंगी तरह समझना जरूर आ। इस हिसाब नाल नहीं पढ़ना कि एग्जाम के पॉइंट ऑफ व्यू नाल नहीं पढ़ना कि साढ़े मार्क्स ज़्यादा आण। नॉलेज लैन लई पढ़ना ऑलवेज, तो मार्क्स तो तुहाडे मगर मगर तुरे फिरनगे। हाँ जी, आर स्क्वेयर चों एलीमेंट उठाया, ये चो हुण तुसीं सर्च करना एलीमेंट। तुसीं कहोगे सर सानू तो पता नहीं किहड़ा आना, जे नहीं पता तो मैं तुसीं ये ले लेना एक्स वाई जैड, तो असीं वो वैल्यू कैलकुलेट कर लांगे बाद विच। मैं एलीमेंट उठाया ए बी, तो तुहानूं मैं पुछदा तुसीं आर क्यूब चों कोई मैनूं एलीमेंट
ਚੂਜ਼ ਕਰਕੇ ਦੱਸੋ, ਕਿਉਂਕਿ ਡੈਫੀਨੇਸ਼ਨ ਮੈਂ ਫਿਰ ਦੱਸ ਦੇਵਾਂ। ਇੱਥੇ ਐਲੀਮੈਂਟ ਕੁਛ ਇੱਦਾਂ ਦੇ ਹੋਣਗੇ 1 2 3, ਇੱਥੇ ਹੋ ਸਕਦਾ ਵਾ 1 2 4, ਜਿਹੜੇ ਇਹ ਸੈਟੀਸਫਾਈ ਕਰਦੇ ਪਏ ਆ। ਕੁਛ ਇੱਦਾਂ ਦੇ ਐਲੀਮੈਂਟ ਹੋਣਗੇ ਸਾਡੇ ਕੋਲ ਬਹੁਤ ਸਾਰੇ, ਠੀਕ ਹੈ ਜੀ। ਇਸ ਤਰੀਕੇ ਦੇ ਬਹੁਤ ਸਾਰੇ ਹੋਣਗੇ ਅਣਗਿਣਤ। ਅਤੇ ਇੱਧਰਲੀ ਸਾਈਡ 'ਤੇ -1 2 ਕੁਛ ਇੱਦਾਂ ਆ ਜਾਣਗੇ, -1 2 ਐਂਡ ਸੋ ਹੋਣਗੇ ਇੱਦਾਂ ਦੇ ਬਹੁਤ ਸਾਰੇ, ਠੀਕ ਹੈ ਜੀ। ਸੇਮ ਤਾਂ ਹੁੰਦੇ ਨਹੀਂ, 1 2 3 1 3 ਵੀ ਹੋ ਸਕਦਾ ਕੁਛ ਇੱਦਾਂ, 2 ਡਿਮੈਂਸ਼ਨ 'ਚ ਬਹੁਤ ਸਾਰੇ ਹੋਣਗੇ। ਅਤੇ ਜੇ ਮੈਂ ਇੱਧਰੋਂ -1 2 ਉਠਾਉਣਾ ਤਾਂ ਉਹਦੇ ਕੋਰਸਪੋਂਡਿੰਗ ਤੁਸੀਂ ਐਲੀਮੈਂਟ ਚੂਜ਼ ਕਰਨਾ ਕਿ ਜਿਹਦੀ ਟਰਾਂਸਫੋਰਮੇਸ਼ਨ ਲੈਣ 'ਤੇ ਉਹ ਬਣਦਾ ਹੋਵੇ। ਤੁਸੀਂ ਕਹੋਗੇ ਸਰ ਸਾਨੂੰ ਤਾਂ ਪਤਾ ਨਹੀਂ ਲੱਗਦਾ ਇੱਧਰੋਂ ਕਿਹੜਾ ਲਈਏ, ਕਿਹਦੀ ਟਰਾਂਸਫੋਰਮੇਸ਼ਨ ਲਈਏ, ਅਤੇ ਮੈਂ ਕੀ ਕਹਾਂ ਫਿਰ ਕਿ ਤੁਸੀਂ ਇੱਦਾਂ ਕੋਈ ਸਪੋਜ਼ ਕਰ ਲਓ ਤਾਂ ਉਹਦੀ ਟਰਾਂਸਫੋਰਮੇਸ਼ਨ ਲੈ ਕੇ ਦੇਖ ਲੈਂਦੇ ਆ, ਤਾਂ ਸਾਨੂੰ ਆਪਣੇ ਆਪ ਹੀ ਉਹਦੀ ਵੈਲਿਊ ਮਿਲ ਜਾਏਗੀ। ਟਰਾਂਸਫੋਰਮੇਸ਼ਨ ਲੈਣ 'ਤੇ ਕੀ ਹੋਣਾ ਚਾਹੀਦਾ, ਆਨਸਰ ਇਹ ਆਉਣਾ ਚਾਹੀਦਾ, ਮਤਲਬ ਆਨਸਰ AB ਆਉਣਾ ਚਾਹੀਦਾ। ਇਹਦੀ ਵੈਲਿਊ ਪੁੱਟ ਕਰ ਦਿਓ। ਇਸ ਤਰੀਕੇ ਅਸੀਂ ਉਹਨੂੰ ਸਿੰਪਲੀਫਾਈ ਕਰਕੇ ਕੈਲਕੂਲੇਟ ਕਰ ਸਕਦੇ। ਜੇ ਤੁਹਾਨੂੰ ਡਾਇਰੈਕਟ ਨਹੀਂ ਪਤਾ ਚੱਲਦਾ ਤਾਂ ਤੁਸੀਂ ਇਸ ਤਰੀਕੇ ਉਹਨੂੰ ਕੈਲਕੂਲੇਟ ਈਜ਼ੀਲੀ ਕਰ ਸਕਦੇ ਹੋ। ਜੇ ਤੁਹਾਨੂੰ ਡਾਇਰੈਕਟ ਨਹੀਂ ਪਤਾ ਚੱਲਦਾ ਪਿਆ ਤਾਂ ਤੁਸੀਂ ਇਸ ਤਰੀਕੇ ਡੈਫੀਨੇਸ਼ਨ ਨੂੰ ਲਾ ਕੇ ਉਹ ਐਲੀਮੈਂਟ ਚੂਜ਼ ਕਰ ਲਓਗੇ। ਇਕੁਏਟਿੰਗ x - y = a ਐਂਡ y = b। ਸੋ y ਦੀ ਵੈਲਿਊ ਤਾਂ b ਮਿਲ ਗਈ, ਇੱਥੇ ਪੁੱਟ ਕਰ ਦਿਓ। ਸੋ x - b = a। ਸੋ x ਦੀ ਵੈਲਿਊ ਆ ਗਈ a + b। ਸੋ x ਵੀ ਮਿਲ ਗਿਆ, y ਵੀ ਮਿਲ ਗਿਆ। ਸੋ ਉਹ ਐਲੀਮੈਂਟ ਕਿਸ ਟਾਈਪ ਦਾ ਹੋਣਾ ਚਾਹੀਦਾ। ਹੁਣ ਮੈਂ ਇਹ ਸਟੈਪ ਨੂੰ ਦੁਬਾਰਾ ਲਿਖਣ ਲੱਗਿਆ ਕਿਉਂਕਿ ਹੁਣ ਮੈਨੂੰ ਪਤਾ ਚੱਲ ਗਿਆ। ਜੋ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਮੈਨੂੰ ਪਤਾ ਨਹੀਂ ਚੱਲਦਾ ਪਿਆ, ਹੁਣ ਮੈਨੂੰ ਪਤਾ ਚੱਲ ਗਿਆ ਕਿ ਉਹ ਐਲੀਮੈਂਟ ਕਿਸ ਟਾਈਪ ਦਾ ਹੋਣਾ ਚਾਹੀਦਾ। ਸੋ ਫਾਰ ਆਲ AB ਫਰੋਮ R² ਦੇਅਰ ਐਗਜ਼ਿਸਟ, ਤੁਸੀਂ ਕਿਹੜਾ ਚੂਜ਼ ਕਰੋਗੇ, x ਦੀ ਥਾਂ 'ਤੇ ਕੀ ਲਿਖੋਗੇ, a + b, ਓਕੇ। y ਦੀ ਥਾਂ 'ਤੇ ਕੀ ਲਿਖੋਗੇ, y ਦੀ ਥਾਂ 'ਤੇ ਲਿਖੋਗੇ b। z ਬਾਰੇ ਮੈਨੂੰ ਕੁਛ ਨਹੀਂ ਪਤਾ, z ਤਾਂ z ਹੀ ਰਹੇਗਾ, ਉਹਦੀ ਵੈਲਿਊ ਸਾਡੇ ਕੋਲ ਨਹੀਂ ਆਈ। ਇਹ ਤੁਸੀਂ ਕਿਹਦੇ ਕੋਲ ਆਓਗੇ, ਇਹ ਤੁਸੀਂ ਲਓਗੇ R³ ਤੋਂ। ਸੱਚ ਦੈਟ ਤੁਸੀਂ ਹੁਣ ਜੀ ਇਹਦੀ ਟਰਾਂਸਫੋਰਮੇਸ਼ਨ ਲੈ ਕੇ ਦੇਖੋਗੇ ਨਾ, a + b b, z, ਅਤੇ ਆਨਸਰ ਕੀ ਆਉਣਾ, AB ਆ ਜਾਏਗਾ। ਆਨਸਰ ਕੀ ਆ ਜਾਏਗਾ, AB ਆ ਜਾਏਗਾ। ਆਨਸਰ AB ਆ ਜਾਏਗਾ। ਇਸ ਤਰੀਕੇ ਅਸੀਂ ਕਰਨਾ। ਇਸ ਤਰੀਕੇ ਅਸੀਂ ਕਰਾਂਗੇ। ਸੋ T's on to, ਸੋ T's on to। ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਰਹੀ ਹੋਏਗੀ। 4th ਪਾਰਟ ਫਸਟ ਕੁਐਸਚਨ ਦਾ, x - y y - z on to but not 1 1। ਸੋਲੂਸ਼ਨ ਕੀ ਕਰੋਗੇ, 1 1 ਪਹਿਲੇ ਸ਼ੋ ਕਰਾਂਗੇ। ਉਹਦੇ ਲਈ ਤੁਸੀਂ R³ ਚੋਂ ਐਲੀਮੈਂਟ ਉਠਾਓਗੇ। ਕਿਸ ਟਾਈਪ ਦੇ ਉਠਾਵਾਂਗੇ, ਮੈਪਿੰਗ ਕਿਸ ਤਰੀਕੇ ਆ ਰਹੀ ਹੈ ਕਿ x ਚੋਂ y ਮਾਈਨਸ ਕਰੀਏ ਅਤੇ y ਚੋਂ z ਮਾਈਨਸ ਕਰੀਏ, ਕਿ ਮੈਂ ਟਰਾਂਸਫੋਰਮੇਸ਼ਨ ਸੇਮ ਲਿਆਉਣੀ ਚਾਹੁੰਦਾ। ਤੁਸੀਂ ਐਲੀਮੈਂਟ ਇਸ ਟਾਈਪ ਦਾ ਲੈ ਲਓਗੇ। 1 ਮਤਲਬ ਡਿਫਰੈਂਸ ਸੇਮ ਰੱਖਣਾ, ਡਿਫਰੈਂਸ ਸੇਮ ਰੱਖਣਾ। ਜੇ ਇੱਥੇ 1 ਦਾ ਡਿਫਰੈਂਸ ਹੈ ਤਾਂ ਇੱਥੇ ਵੀ 1 ਦਾ ਡਿਫਰੈਂਸ ਰੱਖੋ, ਓਕੇ। ਦੂਸਰਾ ਐਲੀਮੈਂਟ ਸਪੋਜ਼ ਕਰ ਲਓ, ਚਾਹੇ ਤੁਸੀਂ ਲੈ ਲਓ 4 5 ਅਤੇ 6। ਜੋ ਡਿਫਰੈਂਸ ਇੱਧਰ ਲੈ ਰਹੇ ਆ ਉਹੀ ਇੱਧਰ ਲੈ ਲਓ। ਇਸ ਤਰੀਕੇ ਤੁਸੀਂ ਯਾਦ ਰੱਖੋਗੇ। R³ ਚੋਂ ਐਲੀਮੈਂਟ ਲਓ, ਟਰਾਂਸਫੋਰਮੇਸ਼ਨ ਲਓਗੇ। ਟੇਕਿੰਗ ਟਰਾਂਸਫੋਰਮੇਸ਼ਨ ਕਿਸ ਤਰੀਕੇ ਆਏਗੀ, x - y 1 - 2, ਓਕੇ। y - z 2 - 3, ਓਕੇ। ਕੀ ਆ ਗਿਆ ਆਨਸਰ, -1 -1। Now taking transformation of element 4 5 6, which is again 4 - 5 and 5 - 6, which is -1 and 1। 5 - 6 -1 नहीं आना, हाँ -1 -1, x - y y - z। सो ट्रांसफॉर्मेशन सेम
बोथ ट्रांसफॉर्मेशंस आर सेम क्योंकि उन्होंने आंसर सेम बट एलिमेंट्स आर डिस्टिंक्ट मैं फिर रिपीट करा आर क्यूब चों 2 एलीमेंट उठाए 1 2 3 एंड 4 5 6 उन्हों की आर स्केयर च इमेज देखी वो की आई -1 ਇਹਦੀ भी सेम उही आ गई ਇਹਦੀ इमेज भी सेम आ गई सो नॉट 1 1 क्योंकि 2 डिस्टिंक्ट एलीमेंट उन्हों की इमेज डिस्टिंक्ट होनी चाहिए सी बट इमेज सेम आ गई इस करके टी इज़ नॉट 1 1 इन्होंने क्वेश्चन को असी दूजे तरीके भी कर सकते हैं दूसरा मैथड की वो आ जे नॉन सिंगुलर वाला हुण असी ऑन टू शो करांगे ऑन टू ਉਹਦੇ ਲਈ ਕੀ ਕਰਨਾ ਆਰ ਸਕੇਅਰ ਚੋਂ ਐਲੀਮੈਂਟ ਲੈਣਾ ਲੈਟ ਆਰ ਸਕੇਅਰ ਚ ਐਲੀਮੈਂਟ ਕਿਸ ਟਾਈਪ ਦੇ ਹੁੰਦੇ ਏ ਬੀ ਟਾਈਪ देयर एग्जिस्ट ऑन टू शो करते पे हुण आपां ऑन टू हुण मैं तुहानूं पुछां दसो मैं की लवां कि मेरी जिहड़ी ट्रांसफॉर्मेशन आ वो की आ जाए इस टाइप की आ जाए एक्स माइनस वाई माइनस जैड तुसीं कहोगे आ नहीं रहा दिमाग च मेरे भी नहीं आ रहा फिर तुसीं की करो सपोज कर लोगे सपोज करो कि वो एक्स वाई जैड एलीमेंट आर क्यूब का सच दैट कि जे मैं वो ट्रांसफॉर्मेशन लवां वो असीं कंडीशन अप्लाई कर देंगे तो की होना चाहिए वो ए बी आंसर आना चाहिए उन्होंने वैल्यू पुट कर दो एक्स माइनस वाई माइनस जैड ए बी इक्वेटिंग कंपोनेंट्स सो एक्स माइनस वाई मस्ट बी ए वाई माइनस जैड इज इक्वल टू बी ओके ओके हुण 2 इक्वेशनस आ इन्हों सिंपलीफाई करके 3 वेरीएबल आ एक्स वाई जैड वो कैलकुलेट करना वो तो पॉसीबल नहीं सो एक दी मैं कोई पर्टिकुलर वैल्यू सपोज कर लेना सो टेक क्योंकि वाई दोवां च कॉमन आ कि जे मैं वाई नूं 0 लेना सपोज करो जे मैं वाई नूं 0 सपोज कर लेना तो फिर एक्स की हो जाएगा मेरे कोल ए एंड वाई की जैड की हो जाएगा फिर माइनस बी ये हुण इनू सैटिस्फाई कर रही है सो फॉर ऑल ए बी टेकन फ्रॉम आर स्केयर दैन देयर मस्ट बी एलीमेंट ऑफ आर क्यूब विच इज़ ए इस टाइप का होएगा ए 0 माइनस बी ए एक्स ए वाई 0 क्योंकि असीं सपोज किया एक्स वाई जैड एक्स ए वाई 0 जैड माइनस बी तुसीं कोई होर भी चूज़ कर सकते हैं तुसीं वाई नूं जे 1 ले लोगे तो उसके अकॉर्डिंग जी एक्स तो जैड भी फिर चेंज हो जाएगी थोड़ी जी सो इत्थे तुसीं चेंज भी कर सकते हैं 1 2 3 कुछ होर भी लै सकते हैं जैड भी 0 लै सकते ही कुछ भी कर सकते तुसीं आर क्यू ए बी के कोरसपोंडिंग असीं वो एलीमेंट चूज़ करना क्योंकि साढ़े को वेरीएबल 3 इक्वेशन 2 आ फिर एक नूं तुसीं कोई पर्टिकुलर वैल्यू दे सकते हैं सो आर क्यूब सच दैट ट्रांसफॉर्मेशन ऑफ ए 0 माइनस बी अप्लाई करके देख लो एक्स माइनस वाई करोगे वो आ जाएगी ए माइनस 0 एंड दैन 0 माइनस प्लस बी हो गया कितनी आ गई ए बी ये तो सेम ही आ गई ए बी सो टी इज़ ऑन टू इस तरीके ये असीं क्वेश्चनस करने मैं होर क्वेश्चन कराना तां जो तुहानूं मैथड चंगी तरह क्लीयर हो जाए हाँ जी नैक्सट क्वेश्चन नंबर 2 मैपिंग फ्रॉम आर स्केयर टू आर क्यूब इज़ 1 1 ये लीनियर ट्रांसफॉर्मेशन है गिवन है बट नॉट ऑन टू 1 1 हुण शो करना सोल्यूशन मैं 2 तरीके दे नाल 2 मैथड दे नाल शो करूँगा कि टी इज़ 1 1 2 मैथड में अप्लाई करूँगा 2 तरीके दे नाल मैं समझाऊँगा कि किस तरीके होना 1 1 कोई 2 एलीमेंट चूज़ करो आर स्केयर चों लैट 2 एलीमेंट किहड़े चूज़ करोगे एक लै लो ए बी
एक ले लो सी टी आर स्केयर सच दैट एक तो ये मैथड हो गया कि टी ऑफ ए बी इज़ इक्वल टू टी ऑफ सी डी। इन्हू सिंपलीफाई करते 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 जे सानू ये एलीमेंट भी सेम आ गए, क्योंकि जे एलीमेंट जे उन्होंने इमेज डिस्टिंक्ट लई सेम लई आ तो फिर एलीमेंट भी सेम चाहिए, तो जे एलीमेंट सेम आ गए तो 1 1 हो जाएगा। सो ये ट्रांसफॉर्मेशन पुट करो कि आएगी ए माइनस बी ए प्लस बी, इदां ही इधर की आएगा सी माइनस डी तो सी प्लस डी। ये असी अप्लाई करते ट्रांसफॉर्मेशन। नाउ इक्वेटिंग कंपोनेंट्स, सो ए इज़ इक्वल टू सी, ए माइनस बी इज़ इक्वल टू सी माइनस डी, ए प्लस बी इज़ इक्वल टू सी प्लस डी। इक्वेशन नंबर फर्स्ट, सेकेंड एंड थर्ड। फर्स्ट implies A is equal to C, so second implies put A is equal to C, पुट करोगे वो तो कैंसल आउट हो जाएंगे क्योंकि सेम है। सो B इज़ इक्वल टू डी भी मिल जाएगा सानू। सो B की वैल्यू की आ जाएगी D के इक्वल। ओके, हुण B इज़ A तो C इत्थे पुट करोगे तुसी A तो C नूं, उत्थों भी तुहानूं B ते D सेम आ जाएंगे। सो कहने का मीनिंग की होया, कहने का मीनिंग ये होया कि A हैगा C दे इक्वल ते B हैगा D दे इक्वल। सो इत्थों की पता चलदा, सो A B किहदे इक्वल हो गए, A C दे इक्वल, B D दे इक्वल। सो दो ट्रांसफॉर्मेशन सेम सी, वो एलीमेंट भी सेम आ गए, विच इंपलाइज T इज़ 1 1। एक इहदा दूसरा अल्टरनेट, एक दूसरा मैथड कि जे असी नॉन सिंगुलर शो करा दईए तो भी असी कह सकते हैं कि 1 1 है। तो उहदे लई की करना सी, असी लैट ए बी सी जां एक्स वाई जेड ही लै लो, एक्स वाई जेड बिलोंग्स टू आर क्यूब नॉट एक्स वाई जेड, एक्स वाई बिलोंग्स टू आर स्केयर। जो भी 1 1 ਜਾਂ नॉन सिंगुलर शो कराना इस आर स्केयर चो एलीमेंट लैने। सच दैट टी ऑफ एक्स वाई की होना चाहिए 0। टी एक्स वाई की वैल्यू पुट कर दो, एक्स माइनस वाई, एक्स प्लस वाई इज़ इक्वल टू 0। इक्वेटिंग कंपोनेंट्स, 0 का मीनिंग भी की आ, अच्छा 0 इस 0 का मीनिंग की आ, ये 0 की होनी चाहिए ਇਹਦੀ आइडेंटिटी। ये 0 का मीनिंग होंदा 0 0 0। सो एक्स इज़ इक्वल टू 0, एक्स माइनस वाई भी इज़ इक्वल टू 0, एक एक्स प्लस वाई भी इज़ इक्वल टू 0। एक्स 0 ਨੂੰ ਇੱਥੇ ਪੁੱਟ ਕਰੋਗੇ ਜਾਂ ਇੱਥੇ ਪੁੱਟ ਕਰੋਗੇ ਤਾਂ ਕੀ ਮਿਲ ਜਾਏਗਾ, ਵਿਚ ਇੰਪਲਾਈਜ਼ एक्स भी 0 वाई भी 0। सो की मीनिंग होया, सो मैं की मन के चलिया कि टी एक्स वाई 0 आ, इंपलाई की हो गया एक्स तो वाई भी 0 आ गया। सो विच इंपलाइज टी इज़ नॉन सिंगुलर, टी इज़ नॉन सिंगुलर विच इंपलाइज टी इज़ 1 1। सो ये मैं 2 मैथड के नाल ये क्वेश्चन किया। हुण असी ऑन टू चैक करांगे कि नॉट ऑन टू क्यों आ, वो असी देखते हैं की रीज़न आ क्यों ऑन टू नहीं होया। नाउ चैक ऑन टू, नाउ ऑन टू चैक करांगे। ਉਹਦੇ ਲਈ ਕੀ ਕਰਨਾ, ਤੁਸੀਂ ਆਰ ਕਿਊਬ ਚੋਂ ਐਲੀਮੈਂਟ ਉਠਾਓ, ਲੈਟ ए बी सी बिलोंग्स टू आर क्यूब। ओके, तो वैसे असी एग्जाम्पल के नाल भी शो कर सकते हैं, एग्जाम्पल के नाल भी बाद विच कर देंगे हैं। जो भी नोट शो करना असी एग्जाम्पल भी लै सकते हैं। सो देयर एग्जिस्ट, हुण मैनूं पता नहीं चल रहा कि मैं की चूज़ करा, मैं चूज़ कर लेना कि एक्स वाई मैनूं मिल गया आर स्केयर चों, ये चों सच दैट कि जे मैं इस एक्स वाई की ट्रांसफॉर्मेशन लवां आंसर की होना चाहिए, ए बी सी होना चाहिए। सो पुट वैल्यू ऑफ टी एक्स वाई विच इज़ एक्स माइनस वाई एंड
x plus y is equal to ABC. So x A, x minus y B and x plus y is equal to C. So x ਤਾਂ ਮਿਲ ਗਿਆ A, ਓਕੇ। ਹੁਣ y ਅਸੀਂ ਫਾਈਂਡ ਕਰਨਾ। x ਨੂੰ A ਪੁੱਟ ਕਰੋ ਇੱਥੇ ਤਾਂ ਕੀ ਆ ਜਾਏਗਾ A minus y is equal to B, which implies ਸੋ y ਦੀ ਵੈਲਿਊ ਤੁਹਾਨੂੰ ਮਿਲ ਗਈ A minus B, ਓਕੇ। ਇਸ ਸਟੈਪ 'ਚ ਵੀ ਤੁਸੀਂ ਪੁੱਟ ਕਰੋਗੇ x ਨੂੰ A, ਸੋ A plus y is equal to C। ਇੱਥੋਂ ਤੁਹਾਨੂੰ ਮਿਲ ਗਿਆ y ਦੀ ਵੈਲਿਊ ਮਿਲ ਗਈ A minus C, A minus C। C minus A ਇੱਥੋਂ ਮਿਲ ਗਈ ਤੁਹਾਨੂੰ C minus A, which is not always true, which is not always true। A minus B not always is equal to C minus A, so that's why, but देखो जी लैफ्ट हैंड साइड सेम है, बट A माइनस B की होना चाहिए फिर C माइनस A के इक्वल होना चाहिए, विच इज़ नॉट ऑलवेज ट्रू। ये असी किसी एग्जाम्पल के नाल शो कर दें, किसी एग्जाम्पल के नाल शो करांगे। नॉट ऑलवेज ट्रू, नॉट किसी किसी केस में तो ट्रू हो जाएगा, नॉट ऑलवेज ट्रू जो मैनू लग रहा। सो बैटर ये है जे इत्थों क्लैरिटी नहीं हो रही तो इनू असी एक एग्जाम्पल की हैल्प के नाल शो करते हैं। सपोज करो जे इत्थों नहीं क्लीयर हो रहा तो असी एक एग्जाम्पल के नाल शो करते हैं। सो लैट मैं एक एग्जाम्पल लेना, आर क्यूब चो कोई एलीमेंट ले लीए। सपोज करो 1 2 3 एलीमेंट उठाया आर क्यूब चो। देयर एग्जिस्ट एक्स वाई बिलोंग्स टू आर स्क्वेयर सच दैट टी एक्स वाई इज इक्वल टू 1 2 3। टी एक्स वाई की वैल्यू एक्स माइनस वाई एक्स प्लस वाई, एक्स प्लस वाई इज इक्वल टू 1 2 3। सो एक्स की वैल्यू 1 मिल गई, एक्स माइनस वाई की वैल्यू 2 मिल गई तो एक्स प्लस वाई की वैल्यू 3 मिल गई। सो एक्स का 1 मिल गया, ये 1 इत्थे पुट करोगे 1 माइनस वाई इज इक्वल टू 2 इंपलाइज वाई की वैल्यू -1 आ गई। इत्थों वाई कैलकुलेट करोगे, एक्स नू 1 पुट करोगे 1 प्लस वाई इज इक्वल टू 3। सो इत्थों वाई की वैल्यू आ गई 2। सो नॉट ट्रू, नॉट पॉसीबल। ठीक है जी, एक ही हो गया नॉट पॉसीबल। किसी किसी केस में बराबर भी आ सकता, डिपेंड करता कि मैं एग्जाम्पल की लेना इत्थे। जिवें कि मैं इत्थे दस के हटिया ना कि वाई इत्थे A माइनस B आ गया। हुण जिहड़े तुसीं इत्थे पॉइंट लाओगे पॉइंटां ते डिपेंड करता कि की आना। A माइनस B -1 आ गया डिफरेंस, इत्थे C माइनस A आंदा, C माइनस A वो डिफरेंस 1 आ गया। सो सेम नहीं आए। सो इस तरीके नॉट ऑलवेज ट्रू, किसी किसी केस में ट्रू हो भी सकता, किसी नहीं भी हो सकता, बट ऑलवेज ट्रू चाहिए। सो जे नॉट पॉसीबल है, सो देयर डज नॉट एग्जिस्ट एक्स वाई आर स्केयर, सो टी इज़ नॉट ऑन टू। सो टी इज़ नॉट ऑन टू। सो जी इस तरीके नहीं भी करना, तुसी ये एग्जाम्पल ये और ਜਾਂ ਇਹ ਪਾर्ट कर लो ਜਾਂ ਇਹ पार्ट कर लो, तो तुसी एग्जाम्पल के नाल ही चलोगे। सो इस तरीके के जोड़े बाकी क्वेश्चनस है वो तुसी आप ट्राई कर सकते हैं। कल के लैक्चर इनवर्टिबल ऑपरेटर पढ़ांगे, जो लास्ट एक्सरसाइज होएगी तो चैप्टर हो जाएगा कंप्लीट। मैं थ्योरम्स हजे छड्ड रहा, थर्ड चैप्टर दी थ्योरम्स रहिंदियां साडियां बेसिस एंड डिमेंशन दियां।
ਉਸ ਤੋਂ ਬਾਅਦ 5th ਚੈਪਟਰ ਦੀਆਂ ਥਿਊਰਮਸ ਰਹਿੰਦੀਆਂ, ਉਹ ਸਾਰਾ ਸਿਲੇਬਸ ਕਰਨ ਤੋਂ ਬਾਅਦ ਨਾਲੇ ਉਦੋਂ ਐਗਜ਼ਾਮ ਵੀ ਨੇੜੇ ਆ ਜਾਣਗੇ, ਉਹ ਅਸੀਂ ਸਾਰੀਆਂ ਇਕੱਠੀਆਂ ਹੀ ਕਰਾਂਗੇ। ਸੋ ਕੱਲ੍ਹ ਇਹ ਚੈਪਟਰ ਕੰਪਲੀਟ ਹੋ ਰਿਹਾ, ਇਨਵਰਟੀਬਲ ਓਪਰੇਟਰ ਕਿ ਇਨਵਰਸ ਕਿਸ ਤਰੀਕੇ ਫਾਈਂਡ ਕਰਨਾ ਲੀਨੀਅਰ ਟਰਾਂਸਫੋਰਮੇਸ਼ਨ ਦਾ, ਉਹ ਅਸੀਂ ਆਪਣੇ ਅਗਲੇ ਲੈਕਚਰ 'ਚ ਕਰਾਂਗੇ। ਸੋ ਥੈਂਕ ਯੂ।